कथा सुधारी। पिता जन्म जिम पूत न पावै, कहाँ तवन का भेद बतावै। कहाँ लागे कीट बखानै, महिमा तोर तू ही प्रभ जानै। जेता जियो पिंड सब तेरा, तू अंतरजामी पुरख भगवान। दासन दास कहे जन नानक, जिहा तू कराए तिहा हों करी बख्यान। सतनाम वाहिगुरु जी। श्लोक महला तीजा। ब्रह्म बिंदे सो ब्रह्मण कहिए, जे अन दिन हाले विलाए। सतगुर पुछै सच संजम कमावै, होमै रोग तिस जाए। हर गुण गावै गुण संग रहै, ज्योति जोत मिलाए। इस युग में को विरला ब्रह्म ज्ञानी, जे होमै मेट समाए। नानक तिसनो मिलया सदा सुख पाइयै, जे अन दिन हर नाम ध्याए। वाहिगुरु जी का खालसा, वाहिगुरु जी की फतेह। परम सत्कारयोग गुरु रूप साध संगत जीओ, ਵੱਡੇ ਭਾਗ ਹਨ ਆਪ ਸਭ ਸੰਗਤਾਂ ਦੇ, ਜੋ ਕਿ ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਦੀ ਪਾਵਨ ਕਥਾ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਗੁਜਰੀ ਰਾਗ ਦੀ ਵਾਰ ਜੋ ਹੈ, ਜਿਸ ਵਿੱਚੋਂ ਇਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਜੋ ਵਿਚਾਰ ਅਧੀਨ ਹਨ। ਇਹ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 512 ਤੇ ਸੁਭਾਏਮਾਨ ਹਨ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਬਾਣੀ ਦੇ ਦੁਆਰਾ ਜੋ ਉਪਦੇਸ਼ ਕਰ ਰਹੇ ਹਨ ਕਿ ਉਹ ਵਾਹਿਗੁਰੂ ਨਿਰੰਕਾਰ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ, ਸਾਰਾ ਕੁਝ ਉਹਦੇ ਵੱਸ ਵਿੱਚ ਹੈ। ਇਸ ਕਰਕੇ ਹੇ ਜੀਵ, ਜੇ ਤੂੰ ਕੁਝ ਪ੍ਰਾਪਤ ਕਰਨਾ ਹੈ ਤਾਂ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ। ਭਾਵੇਂ ਸੰਸਾਰਕ ਤੌਰ ਤੇ ਹੈ, ਭਾਵੇਂ ਰੂਹਾਨੀਅਤ ਤੌਰ ਤੇ ਹੈ। ਸੰਸਾਰਕ ਤੌਰ ਤੇ ਵੀ ਮਨੁੱਖ ਆਪਣੇ ਆਪ ਕੁਝ ਪ੍ਰਾਪਤ ਨਹੀਂ ਕਰ ਸਕਦਾ। ਭਾਵੇਂ ਲੋਕ ਸਾਇੰਸ ਨੂੰ ਹੀ ਬੜਾ ਵੱਡਾ ਮੰਨਦੇ ਨੇ। ਸਾਇੰਸ ਪਰਮਾਤਮਾ ਦੇ ਅੱਗੇ ਕੁਝ ਵੀ ਨਹੀਂ ਹੈ। ਰੂਹਾਨੀਅਤ ਦੇ ਅੱਗੇ ਸਾਇੰਸ ਕੁਝ ਵੀ ਮਾਇਨੇ ਨਹੀਂ ਰੱਖਦੀ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਵੇਖੋ ਕਿੰਨਾ ਸਮਾਂ ਪਹਿਲਾਂ ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ, ਕਿਉਂਕਿ ਗੁਰੂ ਪਾਤਸ਼ਾਹ ਨੂੰ ਪਤਾ ਸੀ ਇਸ ਤਰ੍ਹਾਂ ਦੇ ਲੋਕ ਆਉਣਗੇ ਜਿਹੜੇ ਦਾਅਵੇ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਕਿੰਨੇ ਵੀ ਸਪੈਸ਼ਲਿਸਟ ਡਾਕਟਰ ਹੋਣ, ਵਧੀਆ ਤੋਂ ਵਧੀਆ ਡਾਕਟਰ ਹੋਣ, ਔਰ ਦੁਨੀਆ ਵਿੱਚ ਹਨ, ਮੌਜੂਦ ਹਨ। ਇਸ ਸਮੇਂ ਵੱਡੇ ਵੱਡੇ ਹੌਸਪੀਟਲ ਹਨ, ਪਰ ਵੇਖੋ ਜੇਕਰ ਉਹ ਪਰਮਾਤਮਾ ਦੀ ਬਖਸ਼ਿਸ਼ ਨਾ ਹੋਵੇ ਤੇ ਵਧੀਆ ਤੋਂ ਵਧੀਆ ਹਸਪਤਾਲ ਵੀ ਮਨੁੱਖ ਦੀ ਜਾਨ ਨਹੀਂ ਬਚਾ ਸਕਦਾ।
ਜਾਨ ਬਚਾਣੀ ਤਾਂ ਦੂਰ ਦੀ ਗੱਲ ਹੈ ਕਿ ਮਨੁੱਖ ਨੂੰ ਠੀਕ ਵੀ ਨਹੀਂ ਕਰ ਸਕਦਾ। ਕੁਝ ਸਮਾਂ ਟ੍ਰੀਟਮੈਂਟ ਕਰਨ ਤੋਂ ਬਾਅਦ, ਇਲਾਜ ਕਰਨ ਤੋਂ ਬਾਅਦ ਉਹ ਵੀ ਕਹਿ ਦਿੰਦੇ ਨੇ ਬਿਮਾਰੀ ਸਾਡੇ ਵੱਸ ਵਿੱਚ ਨਹੀਂ ਆ ਰਹੀ, ਇਸ ਮਰੀਜ਼ ਨੂੰ ਹੋਰ ਥਾਂ 'ਤੇ ਲੈ ਜਾਵੋ। ਅਤੇ ਉਹਨਾਂ ਨੂੰ ਆਖੇ ਕਿ ਤੁਹਾਡੇ ਕੋਲ ਇਸ ਤਰ੍ਹਾਂ ਇਸ ਬਿਮਾਰੀ ਦੇ ਡਾਕਟਰ ਨਹੀਂ ਹਨ, ਇਸ ਦੀਆਂ ਦਵਾਈ ਕਹਿੰਦੇ ਹਨ, ਪਰ ਸਾਡੇ ਵੱਸ ਵਿੱਚੋਂ ਗੱਲ ਬਾਹਰ ਹੋ ਗਈ ਹੈ। ਕਿੰਨਾ ਸਮਾਂ ਪਹਿਲਾਂ ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ, ਅਤੇ ਲੋਕ ਆਖਦੇ ਨੇ ਨਹੀਂ ਸਾਇੰਸ ਬਹੁਤ, ਸਾਇੰਸ ਬਹੁਤ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਹੀ ਸਭ ਤੋਂ ਵੱਡਾ ਹੈ, ਉਸ ਤੋਂ ਪਰੇ ਕੁਝ ਵੀ ਨਹੀਂ ਹੈ। ਸੰਸਾਰ ਦੀ ਕੋਈ ਵੀ ਜਿਹੜੀ ਸਾਡੀ ਸਮੱਸਿਆ ਹੈ ਉਹ ਤਾਂ ਹੀ ਹੱਲ ਹੋਵੇਗੀ ਜੇਕਰ ਆਪਾਂ ਨਾਮ ਜਪਾਂਗੇ। ਆਪਾਂ ਵੇਖਦੇ ਹਾਂ ਕਿਸੇ ਮਨੁੱਖ ਦੀ ਬਿਮਾਰੀ ਵੀ ਸਾਇੰਸ ਠੀਕ ਨਹੀਂ ਕਰ ਸਕਦੀ ਜੇਕਰ ਉਹਦੀ ਬਖਸ਼ਿਸ਼ ਨਾ ਹੋਵੇ। ਕੋਈ ਵੀ ਮਨੁੱਖ ਜੇ ਸਾਇੰਸ ਦੇ ਮੁਤਾਬਕ ਚੱਲੀਏ ਤਾਂ ਸੰਸਾਰ ਵਿੱਚ ਕੋਈ ਗਰੀਬ ਰਹਿਣਾ ਹੀ ਨਹੀਂ ਚਾਹੀਦਾ, ਪਰ ਉਹ ਵਾਹਿਗੁਰੂ ਦੀ ਜਿਹੜੀ ਮਰਿਆਦਾ ਬਣਾਈ ਹੈ ਉਹ ਕਰਮਾਂ ਦੀ ਖੇਡ ਹੈ। ਇੱਕੋ ਹੀ ਘਰ ਦੇ ਪਰਿਵਾਰ ਦੇ 4 ਭਰਾ ਹੋਣ, 2 ਭਰਾ ਹੋਣ, ਦੋਵਾਂ ਦਾ ਜੀਵਨ ਵੱਖੋ ਵੱਖਰਾ ਹੈ। ਇੱਕ ਗਰੀਬ ਹੈ, ਇੱਕ ਅਮੀਰ ਹੈ। ਸਾਇੰਸ ਵਾਲੇ ਸਵਾਲ ਕਰ ਸਕਦੇ ਨੇ, ਕਿਉਂਕਿ ਸਾਇੰਸ ਵਾਲੇ ਦੇਖੋ ਚੀਜ਼ਾਂ ਬਣਾਉਣ ਇੱਕੋ ਜਿਹੀਆਂ ਹੁੰਦੀਆਂ ਨੇ, ਪਰ ਉਹਦੇ ਵਿੱਚ ਵੀ ਫਰਕ ਰਹਿ ਜਾਂਦਾ ਹੈ। ਪਾਤਸ਼ਾਹ ਫਰਮਾਨ ਕਰਦੇ ਨੇ ਸਾਰਾ ਕੁਝ ਉਸ ਵਾਹਿਗੁਰੂ ਨਿਰੰਕਾਰ ਦੇ ਹੱਥ ਦੇ ਵਿੱਚ ਹੈ। ਸਾਰਾ ਕੁਝ ਕਰਨ ਵਾਲਾ ਉਹ ਹੈ। ਔਰ ਇਸ ਕਰਕੇ ਜੇਕਰ ਜੀਵ ਚਾਹੁੰਦਾ ਵੀ ਮੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇ, ਰੂਹਾਨੀਅਤ ਦਾ ਵੀ ਸੁੱਖ ਪ੍ਰਾਪਤ ਹੋਵੇ, ਤਾਂ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ। ਜਿਹੜਾ ਸ਼ਰਨ ਵਿੱਚ ਆਉਂਦਾ ਹੈ ਵਾਹਿਗੁਰੂ ਫਿਰ ਉਸ ਨੂੰ ਆਪਣਾ ਹੁਕਮ ਮੰਨਣ ਦੀ ਬਲ, ਬੁੱਧੀ, ਸਮਰੱਥਾ ਦੇ ਦਿੰਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਗੁਰਮੁਖ ਅਤੇ ਮਨਮੁਖ ਉਹਨਾਂ ਦਾ ਜੀਵਨ ਵੱਖੋ ਵੱਖਰਾ ਕਿਉਂ ਹੈ? ਗੁਰਮੁਖ ਰੱਬ ਦੀ ਸ਼ਰਨ ਵਿੱਚ ਹੈ, ਮਨਮੁਖ ਆਪਣੇ ਮਨ ਪਿੱਛੇ ਚੱਲਦਾ ਹੈ। ਉਹ ਦੋਵਾਂ ਦੀ ਅਵਸਥਾ ਮਹਾਰਾਜ ਅੰਮ੍ਰਿਤ ਬਚਨਾਂ ਵਿੱਚ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਇੱਕ ਦਫਾ ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਨੇ। ਸ਼ਲੋਕ ਛੰਦ ਦੀ ਚਾਲ ਹੈ ਇੱਕ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨਦਿਨ ਹਰ ਲਿਵ ਲਾਏ। ਪੁਰਾਤਨ ਸਮੇਂ ਦੇ ਅੰਦਰ ਗੁਰਮੁਖ ਬੰਦਗੀ ਕਰਨ ਵਾਲੇ ਪਰਮਾਤਮਾ ਦੀ, ਤੇ ਆਪਾਂ ਵੇਖਦੇ ਹਾਂ ਉਹਨਾਂ ਨੇ ਮਨੁੱਖਤਾ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ। ਬ੍ਰਾਹਮਣ, ਛਤਰੀ, ਸ਼ੂਦਰ ਅਤੇ ਵੈਸ਼। ਬ੍ਰਾਹਮਣ ਉਹ ਜਿਹੜਾ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰੇ। ਉਹ ਕਿਸੇ ਵੀ ਥਾਂ ਦਾ ਹੋ ਸਕਦਾ ਹੈ, ਕਿਸੇ ਵੀ ਜਾਤ ਵਰਨ ਦਾ ਹੋ ਸਕਦਾ, ਕਿਸੇ ਕੁਲ ਦਾ ਹੋ ਸਕਦਾ ਹੈ। ਬ੍ਰਾਹਮਣ ਆਪਾਂ ਹੁਣ ਉਸ ਨੂੰ ਕਹਿੰਦੇ ਹਾਂ ਜਿਹਨੇ ਮੱਥੇ 'ਤੇ ਟਿੱਕਾ ਲਾਇਆ ਹੋਵੇ, ਬੋਦੀ ਰੱਖੀ ਹੋਵੇ ਅਤੇ ਭਗਵਾ ਬਾਣਾ ਪਾਇਆ ਹੋਵੇ, ਆਪਾਂ ਕਹਿੰਦੇ ਬ੍ਰਾਹਮਣ ਹੈ। ਪਰ ਬ੍ਰਾਹਮਣ ਦੀ ਵਿਆਖਿਆ ਇਹ ਨਹੀਂ ਹੈ ਗੁਰਬਾਣੀ ਦੇ ਵਿੱਚ। ਅਤੇ ਜਦੋਂ ਇਹ ਸ਼ਬਦ ਬਣੇ ਸੀ ਉਦੋਂ ਵੀ ਵਿਆਖਿਆ ਬ੍ਰਾਹਮਣ ਨਹੀਂ ਸੀ। ਬ੍ਰਾਹਮਣ ਦਾ ਅਰਥ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਛਤਰੀ, ਛਤਰੀ ਕਹਿੰਦੇ ਨੇ ਜਿਹੜਾ ਦੇਸ਼, ਧਰਮ, ਕੌਮ ਦੀ ਖਾਤਰ, ਆਪਣੀ ਅਣਖ ਦੀ ਖਾਤਰ ਲੜੇ। ਉਹਦੇ ਵਿੱਚ ਭਾਵੇਂ ਉਹਨੂੰ ਸ਼ਹੀਦੀ ਵੀ ਪ੍ਰਾਪਤ ਕਰਨੀ ਪੈ ਜਾਵੇ, ਉਹਨੂੰ ਛਤਰੀ ਆਖਿਆ ਗਿਆ। ਛਤਰੀ ਕੋਈ ਵੀ ਹੋ ਸਕਦਾ ਹੈ। ਅਤੇ ਵੈਸ਼ ਉਹਨੂੰ ਕਹਿੰਦੇ ਨੇ ਜਿਹੜੇ ਕੰਮ ਕਰਦੇ ਨੇ ਖੇਤੀਬਾੜੀ ਦਾ, ਵਪਾਰ ਦਾ। ਇਹ ਸਾਰਾ ਜਿੰਨਾ ਵੀ ਕਾਰੋਬਾਰ ਹੈ ਇਹ ਵੈਸ਼ ਮਹਿਕਮੇ ਦਾ ਆ ਜਾਂਦਾ ਹੈ।
चौथा महकमा है शूद्र। शूद्र महकमा किहनूं किहा गया है? ਆਪਾਂ ਤੇ ਕਿਸੇ ਖਾਸ ਬੰਦਿਆਂ ਨੂੰ, ਕਿਸੇ ਜਾਤ ਦੇ ਬੰਦੇ ਨੂੰ ਆਖਣ ਲੱਗ ਪਏ ਸ਼ੂਦਰ ਨੇ। ਨਹੀਂ, ਸ਼ੂਦਰ ਕੌਣ ਨੇ? ਜਿਹੜਾ ਸਾਰਿਆਂ ਦੀ ਸੇਵਾ ਕਰੇ, ਸੇਵਾ ਸੰਭਾਲ ਕਰੇ, ਸਭ ਤਰ੍ਹਾਂ ਦੀ ਸਾਫ ਸਫਾਈ ਨਗਰ ਦੀ, ਸ਼ਹਿਰ ਦੀ, ਹਰ ਇੱਕ ਤਰ੍ਹਾਂ ਦੀ ਰੱਖੇ, ਉਹਨੂੰ ਕਹਿੰਦੇ ਨੇ ਸ਼ੂਦਰ ਵਰਨ ਵਿੱਚ ਉਹ ਆ ਜਾਂਦਾ ਹੈ। ਤੋ ਇਸੇ ਤਰ੍ਹਾਂ ਜਿਹੜਾ ਬ੍ਰਾਹਮਣ ਹੈ, ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀ ਹੈ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਉਹ ਕੋਈ ਵੀ ਹੋ ਸਕਦਾ ਹੈ। ਕਹਿੰਦੇ ਹਨ ਨਾ, ਭਗਤ ਰਵਿਦਾਸ ਜੀ ਦੇ ਜੀਵਨ ਦੀ ਇੱਕ ਘਟਨਾ ਆਉਂਦੀ, ਜਦੋਂ ਰਾਜਸਥਾਨ ਦੇ ਵਿੱਚ ਜਿਹੜਾ ਚਤੌੜ ਹੈ, ਉੱਥੋਂ ਦੀ ਰਾਣੀ ਜਿਹੜੀ ਸੀ, ਉਹਨੇ ਸੱਦਿਆ ਭਗਤ ਰਵਿਦਾਸ ਜੀ ਨੂੰ, ਗੁਰੂ ਧਾਰਨ ਕਰ ਲਿਆ ਆਪਣੇ, ਤੇ ਬ੍ਰਾਹਮਣਾਂ ਨੂੰ ਵੀ ਸੱਦਿਆ। ਜਦੋਂ ਬਹੁਤ ਵੱਡਾ ਬ੍ਰਹਮ ਭੋਜ ਕੀਤਾ ਗਿਆ, ਭਗਤ ਰਵਿਦਾਸ ਜੀ ਵੀ ਵਿੱਚ ਜਾ ਕੇ ਬੈਠ ਗਏ, ਤਾਂ ਉਹ ਸਾਰੇ ਬ੍ਰਾਹਮਣ ਜਿਹੜੇ ਸਨ ਉਹ ਉੱਠ ਖਲੋਤੇ, ਗੁੱਸੇ ਵਿੱਚ ਆ ਗਏ। ਕਹਿੰਦੇ ਅਸੀਂ ਇਸ ਸ਼ੂਦਰ ਨਾਲ ਪ੍ਰਸ਼ਾਦਾ ਨਹੀਂ ਛਕਣਾ ਬੈਠ ਕੇ। ਤੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਸ਼ੂਦਰ ਕਿਵੇਂ ਆ, ਦੱਸੋ? ਸ਼ੂਦਰ ਉਹ ਹੈ ਜਿਹੜਾ ਉਸ ਤਰ੍ਹਾਂ ਦਾ ਕਰਮ ਕਰੇ। ਤੇ ਫਿਰ ਉਹਨਾਂ ਨੇ ਕਹਿੰਦੇ ਹਨ ਕਿ ਆਪਣਾ ਉਹ ਸਰੂਪ ਦਿਖਾਣਾ ਕੀਤਾ ਕਿ ਅਸੀਂ ਦੇਖੋ ਕਿਵੇਂ ਬ੍ਰਹਮ ਨੂੰ ਜਾਣਿਆ ਹੋਇਆ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਪਰਮਾਤਮਾ ਨੂੰ ਜਾਣ ਲਵੇ। ਤੇ ਉੱਥੇ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਬਚਨ ਆਖੇ ਨੇ ਕਿ ਉਸ ਵਾਹਿਗੁਰੂ ਪਰਮਾਤਮਾ ਦੀ ਇਹ ਕਿਰਪਾ ਹੈ, ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ। ਦੁਨੀਆ ਤਾਂ ਸਦਾ ਮਾੜੀ ਕਹਿੰਦੀ ਹੈ, ਪਰ ਵਾਹਿਗੁਰੂ ਦਾ ਨਾਮ ਜਪ ਕੇ ਉਹਦੀ ਬਖਸ਼ਿਸ਼ ਪਾ ਲਈ ਤਾਂ ਉਹ ਵਾਹਿਗੁਰੂ ਮੇਰਾ ਪਰਮਾਤਮਾ ਉੱਚਿਆਂ ਨੀਵਿਆਂ ਨੂੰ ਵੀ ਉੱਚੇ ਕਰ ਦਿੰਦਾ ਹੈ, ਵਡਿਆਈ ਦੇ ਦਿੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਟਰੈ। ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ, ਤੇ ਨਾ ਡਰੈ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਾਰ ਜੀਓ ਤੇ ਸਭੈ ਸਰੈ। ਤੋ ਵਾਹਿਗੁਰੂ ਨਿਰੰਕਾਰ ਨੂੰ ਜੋ ਜਾਣ ਲਵੇ, ਉਹ ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਕੁਲ ਦਾ ਹੋਵੇ, ਕਿਸੇ ਦੇਸ਼ ਦਾ ਰਹਿਣ ਵਾਲਾ ਹੋਵੇ, ਉਹੀ ਬ੍ਰਾਹਮਣ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਦੂਸਰਾ ਗੁਰਮੁਖੋ ਇਹ ਵੀ ਹੈ, ਆਪਾਂ ਵੇਖਦੇ ਹਾਂ ਅੱਜ ਮਨੁੱਖ ਸੰਸਾਰ ਦੇ ਵਿੱਚ ਨਾ, ਇਹ ਹੁੰਦਾ ਤਾਂ ਪਹਿਲਾਂ ਵੀ ਸੀ ਪਰ ਅੱਜ ਜ਼ਿਆਦਾ ਹੈ, ਕਿ ਅਸਲੀ ਘੱਟ ਹੁੰਦੇ ਨੇ, ਨਕਲੀ ਜ਼ਿਆਦਾ ਹੁੰਦੇ ਨੇ। ਨਕਲ ਜ਼ਿਆਦਾ ਹੁੰਦੀ ਹੈ। ਪਹਿਲਾਂ ਅਸਲ ਜ਼ਿਆਦਾ ਹੁੰਦੀ ਸੀ, ਨਕਲ ਘੱਟ ਹੁੰਦੀ ਸੀ। ਹੁਣ ਅਸਲ ਘੱਟ ਹੈ, ਨਕਲ ਜ਼ਿਆਦਾ ਹੈ। ਅਸਲੀ ਡਾਕਟਰ ਬਹੁਤ ਘੱਟ ਮਿਲਣਗੇ ਜਿਨ੍ਹਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਨੇ, ਤੇ ਨਕਲੀ ਤਾਂ ਪਤਾ ਨਹੀਂ ਕਿੰਨੇ ਕੁ ਥਾਵਾਂ 'ਤੇ ਆਪਣੇ ਬਣਾ ਕੇ ਬਹਿ ਗਏ। ਨਕਲ ਬਹੁਤ ਜ਼ਿਆਦਾ ਹੋ ਗਈ। ਇਸੇ ਤਰ੍ਹਾਂ ਬ੍ਰਾਹਮਣ ਅਖਵਾਣਾ ਜਾਂ ਬਾਬਾ ਜੀ ਅਖਵਾਣਾ ਜਾਂ ਗਿਆਨੀ ਅਖਵਾਣਾ, ਇਹ ਤਾਂ ਹਰ ਕੋਈ ਆਪਣੇ ਨਾਂ ਅੱਗੇ ਲਾ ਲੈਂਦਾ, ਪਿੱਛੇ ਵੀ ਲਾ ਲੈਂਦਾ ਮੈਂ ਖਾਲਸਾ ਹਾਂ। ਪਰ ਬਾਬਾ ਬਣਨਾ, ਗਿਆਨੀ ਬਣਨਾ, ਖਾਲਸਾ ਬਣਨਾ ਬੜੀ ਔਖੀ ਗੱਲ ਹੈ। ਪਹਿਲਾਂ ਉਹ ਹੁੰਦੇ ਸੀ ਤੇ ਨਾਂ ਤਾਂ ਲਿਖਦੇ ਸੀ, ਪਰ ਅੱਜ ਕੱਲ੍ਹ ਮਨੁੱਖ ਉਹ ਹੁੰਦਾ ਨਹੀਂ ਹੈ ਜੋ ਉਹਨੇ ਆਪਣੇ ਨਾਮ ਦੀ ਆਇਡੈਂਟੀ ਦਿੱਤੀ ਹੁੰਦੀ ਹੈ ਕਿ ਮੈਂ ਫਲਾਣਾ ਹਾਂ। ਹੁਣ ਆਪਾਂ ਦੇਖਦੇ ਹਾਂ ਨਾਮ ਹੁੰਦਾ ਸਰਦਾਰ ਫਲਾਣਾ ਸਿੰਘ, ਕੋਈ ਵੀ ਨਾਮ ਲੈ ਲਓ, ਤੇ ਸਰਦਾਰੀ ਵਾਲੀ ਮੂੰਹ 'ਤੇ ਕੋਈ ਮੋਹਰ ਵੀ ਨਹੀਂ ਹੁੰਦੀ। ਕੇਸ ਕਤਲ ਹੁੰਦੇ ਨੇ, ਨਾ ਸਰਦਾਰਾਂ ਵਾਲਾ ਬਾਣਾ, ਨਾ ਖਾਣਾ, ਤੇ ਨਾ ਸਰਦਾਰਾਂ ਵਾਲਾ ਕੋਈ ਲਿਬਾਸ ਉਹਦੇ ਕੋਲ, ਚੱਕਰ ਚੇਨ ਹੈ ਨਹੀਂ, ਤੇ ਨਾ ਸਰਦਾਰ ਰੱਖਿਆ ਹੁੰਦਾ ਹੈ। ਪਹਿਲਾਂ ਇਹ ਜਿਹਦੇ ਕੋਲ ਚੀਜ਼ ਹੁੰਦੀ ਸਰਦਾਰ, ਉਸੇ ਨੂੰ ਆਖਿਆ ਜਾਂਦਾ ਸੀ। ਆਪਾਂ ਅੱਜ ਕੱਲ੍ਹ ਹਰ ਇੱਕ ਨੂੰ ਆਖੀ ਜਾਂਦੇ ਹਾਂ। ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਸਿੰਘ ਦੀ ਪਦਵੀ ਮਿਲਦੀ, ਆਪਾਂ ਮੋਨਿਆਂ ਨਾਲ ਵੀ ਲਾਈ ਜਾਂਦੇ ਹਾਂ।
ਪਹਿਲਾਂ ਜੋ ਹੁੰਦਾ ਸੀ ਉਹੀ ਨਾਮ ਰੱਖਿਆ ਹੁੰਦਾ ਸੀ, ਪਰ ਅੱਜ ਕੱਲ੍ਹ ਹੁੰਦਾ ਕੁਝ ਹੋਰ ਹੈ, ਨਾ ਕੁਝ ਹੋਰ ਰੱਖਿਆ ਹੁੰਦਾ ਹੈ। ਨਾਮ ਗੁਰਮੁਖ ਸਿੰਘ ਕੰਮ ਸਾਰੇ ਮਨਮੁਖਾਂ ਵਾਲੇ, ਨਾਮ ਸੁੱਚਾ ਸਿੰਘ ਪਰ ਅੱਤ ਦਾ ਝੂਠਾ ਸਿੰਘ ਹੁੰਦਾ ਹੈ, ਅੱਤ ਦਾ ਝੂਠ ਭਰਿਆ ਹੁੰਦਾ ਅੰਦਰ। ਇਸੇ ਤਰ੍ਹਾਂ ਸਾਰੇ ਨਾਮ ਭਾਵ ਜੋ ਨਾਮ ਰੱਖਿਆ ਉਹਦੇ ਤੇ ਪੂਰੇ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਨੂੰ ਜਾਣ ਲਵੇ। ਇੱਦਾਂ ਤਾਂ ਹਰ ਕੋਈ ਮੱਥੇ ਟਿੱਕਾ ਲਾ ਲਿਆ, ਬੋਧੀ ਰੱਖ ਲਈ ਤੇ ਉਹ ਬ੍ਰਾਹਮਣ ਬਣ ਗਿਆ। ਇੱਦਾਂ ਨਹੀਂ ਬ੍ਰਹਮ ਕੋਈ ਹੁੰਦਾ। ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ। ਤੇ ਉਹਦਾ ਕੰਮ ਕੀ ਹੈ? ਹਰ ਰੋਜ਼ ਵਾਹਿਗੁਰੂ ਦਾ ਨਾਮ ਜਪੇ। ਇੱਥੇ ਹੁਣ ਬ੍ਰਾਹਮਣ ਸ਼ਬਦ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਕੋਈ ਰਾਗੀ ਹੈ, ਕੋਈ ਗ੍ਰੰਥੀ ਹੈ, ਉਹਨੂੰ ਗ੍ਰੰਥ ਬਾਰੇ ਪਤਾ ਹੀ ਨਹੀਂ ਤੇ ਆਪਣਾ ਲਿਖਾਈ ਫਿਰਦਾ ਮੈਂ ਹੈਡ ਗ੍ਰੰਥੀ ਹਾਂ, ਮੈਂ ਫਲਾਣਾ ਗ੍ਰੰਥੀ ਹਾਂ, ਮੈਂ ਬੜਾ ਗਿਆਨੀ ਹਾਂ। ਉਹਦੀ ਜਾਣਕਾਰੀ ਹੈ ਨਹੀਂ, ਕੋਈ ਜਮਾ ਹੀ ਨਹੀਂ ਹੈ ਜਾਣਕਾਰੀ। ਨਾਮ ਰਾਗੀ ਸਿੰਘ ਰਖਾਇਆ ਹੈ ਵੀ ਮੈਂ ਰਾਗੀ ਹਾਂ ਜੀ ਗੁਰੂ ਘਰ ਦਾ, ਪਰ ਰਾਗਾਂ ਬਾਰੇ ਪਤਾ ਹੀ ਨਹੀਂ ਹੈ। ਕਦੇ ਰਾਗ ਨੂੰ ਛੇੜਿਆ ਵੀ ਨਹੀਂ ਵੀ ਰਾਗ ਹੁੰਦਾ ਕੀ ਚੀਜ਼ ਹੈ। ਨਾਮ ਆਪਾਂ ਰਖਾ ਲੈਂਦੇ ਹਾਂ ਪਰ ਉਹਦੇ 'ਤੇ ਪੂਰਾ ਉਤਰਨਾ ਗੁਰਮੁਖੋ ਬੜੀ ਔਖੀ ਗੱਲ ਹੈ। ਅਤੇ ਮਹਾਰਾਜ ਬਾਣੀ ਵਿੱਚ ਇਹੀ ਕਹਿੰਦੇ ਨੇ, ਜੋ ਨਾਮ ਰਖਾਇਆ ਉਹ ਬਣ ਅਨ ਦਿਨ ਹਰ ਲਿਵ ਲਾਏ। ਜਿਹੜਾ ਬ੍ਰਾਹਮਣ ਹੈ, ਬ੍ਰਹਮ ਨੂੰ ਜਾਣਨ ਵਾਲਾ, ਉਹਦਾ ਕੰਮ ਕੀ ਹੈ? ਉਹ ਹਰ ਰੋਜ਼ ਵਾਹਿਗੁਰੂ ਵਿੱਚ ਲਿਵ ਲਾਵੇਗਾ। ਰਾਗੀ ਹਰ ਰੋਜ਼ ਰਾਗਾਂ ਨੂੰ ਜਾਣੇਗਾ, ਰਾਗਾਂ ਨਾਲ ਸਾਂਝ ਪਾਵੇਗਾ। ਗ੍ਰੰਥੀ ਜਿਹੜਾ ਗ੍ਰੰਥ ਨੂੰ ਜਾਣੇਗਾ, ਹਰ ਰੋਜ਼ ਗ੍ਰੰਥ ਦੇ ਨਾਲ ਜੁੜੇਗਾ, ਉਹਨੂੰ ਜਾਣਕਾਰੀ ਹੋਵੇਗੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇਸ ਸਤਿਗੁਰ ਪੁੱਛੈ ਸਚ ਸੰਜਮ ਕਮਾਵੈ, ਹੋਮੈ ਰੋਗ ਤਿਸ ਜਾਏ। ਉਹ ਆਪਣੇ ਸਤਿਗੁਰੂ ਨੂੰ ਪੁੱਛ ਕੇ ਸੱਚ ਦੇ ਮਾਰਗ 'ਤੇ ਚੱਲਦਾ ਹੈ, ਸੰਜਮ ਵਿੱਚ ਰਹਿੰਦਾ ਹੈ। ਉਹ ਚੀਜ਼ਾਂ ਕਮਾਉਂਦਾ ਜਿਨ੍ਹਾਂ ਨਾਲ ਅੰਦਰ ਸੱਚ, ਸੰਜਮ, ਇਹ ਚੀਜ਼ਾਂ ਆਉਣ, ਇਹ ਦੈਵੀ ਗੁਣ ਆਉਣ। ਹੋਮੈ ਰੋਗ ਤੇ ਜਾਏ, ਉਹਦਾ ਹੋਮੈ ਦਾ ਰੋਗ ਚਲਾ ਜਾਂਦਾ ਹੈ। ਸੱਚ ਨੂੰ ਕਮਾਉਂਦਾ ਹੈ, ਸੰਜਮ ਨੂੰ ਕਮਾਉਂਦਾ, ਆਪਣੇ ਜੀਵਨ ਵਿੱਚ ਇਹ ਚੀਜ਼ਾਂ ਲੈ ਕੇ ਆਉਂਦਾ ਹੈ। ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ ਤੇ ਵਾਹਿਗੁਰੂ ਦੇ ਗੁਣ ਹੀ ਇਕੱਠੇ ਕਰਦਾ ਹੈ। ਵਾਹਿਗੁਰੂ ਦੇ ਗੁਣ ਵੇਖੋ, ਜਿਵੇਂ ਸ਼ਾਇਦ ਕੱਲ੍ਹ ਵੀ ਬੇਨਤੀ ਕੀਤੀ ਸੀ, ਵਾਹਿਗੁਰੂ ਨੇ ਆਪਾਂ ਨੂੰ ਇਹ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਚੰਗੀ ਚੀਜ਼ ਨੂੰ ਇਕੱਠਾ ਕਰਨਾ ਹੈ। ਚੰਗਾ ਵੇਖੋ, ਮਾੜਾ ਵੇਖੋ ਹੀ ਨਾ। ਕੰਨਾਂ ਦੇ ਨਾਲ ਮਾੜਾ ਸੁਣੋ, ਇਹਨਾਂ ਕੰਨਾਂ ਨਾਲ ਚੰਗਾ ਸੁਣੋ। ਇਹਨੂੰ ਕਹਿੰਦੇ ਗੁਣਾਂ ਨੂੰ ਸੰਗ੍ਰਹਿ ਕਰਨਾ। ਜਦੋਂ ਆਪਾਂ ਕਥਾ ਸੁਣਾਂਗੇ, ਚੰਗੀ ਗੱਲ ਹੀ ਕੰਨਾਂ ਨਾਲ ਸੁਣਾਂਗੇ ਤੇ ਸਾਡੇ ਅੰਦਰ ਉਹ ਗੁਣ ਇਕੱਠੇ ਹੋਣ ਲੱਗ ਜਾਣਗੇ। ਰਸਨਾ ਨਾਲ ਮਾੜਾ ਬੋਲੋ ਨਾ। ਇੱਕੋ ਗੱਲ ਆਪਾਂ ਪਕੜ ਲੈਂਦੇ ਹਾਂ, ਬਸ ਛੱਡਦੇ ਹੀ ਨਹੀਂ ਉਹਦਾ ਖਹਿੜਾ। ਕੋਈ ਹੈ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਸੰਗ੍ਰਹਿ, ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇੱਦਾਂ ਉਹ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਮਿਲਾ ਲੈਂਦਾ ਹੈ, ਕਿਉਂਕਿ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ। ਜੇ ਆਪਾਂ ਉਹਦੇ ਤੱਕ ਪਹੁੰਚਣਾ ਹੈ ਤਾਂ ਆਪਾਂ ਨੂੰ ਗੁਣ ਇਕੱਠੇ ਕਰਨੇ ਪੈਣਗੇ। ਗੁਣ ਜਿਹੜੇ ਨੇ ਉਹ ਖਿੰਡੇ ਹੋਏ ਨੇ। ਕੂੜੇ ਦਾ ਢੇਰ ਲੱਗਦਾ ਹੈ, ਚੰਗੀਆਂ ਚੀਜ਼ਾਂ ਦਾ ਢੇਰ ਨਹੀਂ ਲੱਗਦਾ ਗਾ। ਤੁਸੀਂ ਵੇਖੋ ਨਾ, ਜਿੱਥੇ ਕੂੜਾ ਸੁੱਟਦੇ ਨੇ ਨਾ, ਉੱਥੇ ਪਤਾ ਨਹੀਂ ਕਿਹੜਾ ਚੀਜ਼ ਡਿੱਗੀ ਹੁੰਦੀ ਹੈ। ਪਰ ਜੇ ਚੰਗੀ ਚੀਜ਼ ਲੈਣੀ ਹੈ ਤਾਂ ਉਹ ਇੱਕ ਥਾਂ ਤੋਂ ਨਹੀਂ ਮਿਲੇਗੀ, ਉਹ ਤੁਹਾਨੂੰ ਥਾਂ ਥਾਂ ਲੱਭਣਾ ਪਵੇਗਾ ਜਾ ਕੇ, ਕਿਹੜੀ ਚੀਜ਼ ਕਿੱਥੋਂ ਮਿਲਦੀ ਚੰਗੀ ਵਧੀਆ। ਤੋ ਇਸੇ ਤਰ੍ਹਾਂ ਇਹ ਗੁਣ ਆਪਾਂ ਇਕੱਠੇ ਕਰੀਏ ਤਾਂ ਮਹਾਰਾਜ ਕਹਿੰਦੇ ਫਿਰ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਤੱਕ ਉਹੀ ਪਹੁੰਚਦਾ ਜਿਹਦੇ ਵਿੱਚ ਚੰਗੇ ਗੁਣ ਹੋਣ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇੱਕ ਪਾਸੇ ਆਪਾਂ ਬਾਣੀ ਪੜ੍ਹੀਏ, ਦੂਜੇ ਪਾਸੇ ਅੱਖਾਂ ਨਾਲ ਮਾੜਾ ਵੇਖੀਏ, ਰਸਨਾ ਨਾਲ ਮਾੜਾ ਬੋਲੀਏ, ਕੰਨਾਂ ਨਾਲ ਨਿੰਦਿਆ ਚੁਗਲੀ ਸੁਣੀ ਜਾਈਏ ਤੇ ਕੀ ਫਾਇਦਾ ਹੋਇਆ? ਕੁਝ ਵੀ ਫਾਇਦਾ ਨਹੀਂ ਹੋਇਆ। ਤੋ ਪਾਤਸ਼ਾਹ ਫਰਮਾਨ ਕਰੇ, ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹੋ ਮੈਂ ਮੇਟ ਸਮਾਏ। ਸੰਸਾਰ ਵਿੱਚ ਕੋਈ ਵਿਰਲਾ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ।
ਬ੍ਰਹਮ ਗਿਆਨੀ ਦਾ ਭਾਵ ਕੀ, ਜਿਹਨੇ ਬ੍ਰਹਮ ਨੂੰ ਜਾਣ ਲਿਆ ਹੈ, ਪਰਮਾਤਮਾ ਨੂੰ ਜਾਣ ਲਿਆ ਹੈ, ਉਹਨੇ ਆਪਣੇ ਅੰਦਰੋਂ ਹੋਮਿਆਂ ਨੂੰ ਮੇਟ ਕੇ ਆਪਣੇ ਆਪ ਨੂੰ ਵਾਹਿਗੁਰੂ ਵਿੱਚ ਸਮਾ ਲਿਆ, ਲੀਨ ਕਰ ਦਿੱਤਾ ਹੈ। ਨਾਨਕ ਤਿਸਨੋਂ ਮਿਲਿਆ ਸਦਾ ਸੁਖ ਪਾਈਐ, ਜੇ ਅੰਦਿਨ ਹਰ ਨਾਮ ਧਿਆਏ। ਐਸਾ ਗੁਰਮੁਖ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ, ਉਸ ਨੂੰ ਮਿਲ ਕੇ ਸਦਾ ਸੁਖ ਮਿਲਦਾ ਹੈ। ਜੋ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪਦਾ ਹੈ ਨਾ, ਸਿਮਰਨ ਕਰਦਾ ਹੈ, ਉਹਦੇ ਦਰਸ਼ਨ ਕੀਤਿਆਂ ਸੁਖ ਮਿਲਦਾ ਹੈ। ਜਿਵੇਂ ਆਪਾਂ ਗਰਮੀ ਦੇ ਨਾਲ ਤਪੇ ਹੋਏ ਜਦੋਂ ਆਪਾਂ ਕਿਸੇ ਠੰਡੀ ਦਰਖਤ ਦੀ ਛਾਂ ਹੇਠਾਂ ਬੈਠਦੇ ਹਾਂ, ਜਾਂ ਕਿਸੇ ਏਸੀ ਰੂਮ ਵਿੱਚ ਬੈਠਦੇ ਹਾਂ ਜਿੱਥੇ ਏਸੀ ਚੱਲ ਰਿਹਾ ਹੈ, ਠੰਡਕ ਹੈ, ਤੇ ਆਪਾਂ ਨੂੰ ਉੱਥੇ ਬੈਠਣ ਨਾਲ ਕੀ ਹੁੰਦਾ ਹੈ? ਸੁੱਖ ਮਿਲਦਾ ਹੈ। ਸੁੱਖ ਮਿਲਦਾ ਹੈ ਚੰਗੀ ਥਾਂ 'ਤੇ ਬੈਠਣ ਨਾਲ। ਇਸੇ ਤਰ੍ਹਾਂ ਗੁਰਮੁਖ ਹੁੰਦਾ ਹੈ, ਉਹਦੇ ਕੋਲ ਜਿਹੜਾ ਵੀ ਆਵੇ ਉਹਨੂੰ ਬੈਠੇ ਨੂੰ, ਉਹਦੇ ਨਾਲ ਦਰਸ਼ਨ ਕਰਨ ਨਾਲ ਉਹਨੂੰ ਸੁੱਖ ਮਿਲਦਾ ਹੈ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ ਕਿ ਹੇ ਵਾਹਿਗੁਰੂ ਕਿਰਪਾ ਕਰ, ਸਾਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ। ਆਪਾਂ ਅਰਦਾਸ ਦੇ ਅਖੀਰ ਵਿੱਚ ਵੀ ਕਹਿੰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਕਿ ਐਸਾ ਜਿਹੜਾ ਗੁਰਮੁਖ ਹਰ ਰੋਜ਼ ਨਾਮ ਜਪਦਾ ਹੈ ਨਾ, ਸਿਮਰਨ ਕਰਦਾ ਹੈ, ਉਹਦੀ ਇੱਕ ਆਭਾ ਹੁੰਦੀ ਹੈ। ਉਹ ਜਦੋਂ ਮਿਲਦਾ ਹੈ ਤੇ ਮਨ ਨੂੰ ਸੁੱਖ ਮਿਲਦਾ ਹੈ, ਅੰਦਰ ਠੰਡ ਵਰਤ ਜਾਂਦੀ ਹੈ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਅੱਗੇ ਫਰਮਾਨ ਕਰ ਰਹੇ ਨੇ ਹੁਣ ਮਨਮੁਖ ਦੀ ਅਵਸਥਾ। ਪਹਿਲਾਂ ਗੁਰਮੁਖ ਦੀ ਅਵਸਥਾ ਦੱਸੀ ਹੈ, ਗੁਰਮੁਖ ਕੌਣ ਹੈ। ਹੁਣ ਮਹਾਰਾਜ ਕਹਿੰਦੇ ਅੱਗੇ ਮਨਮੁਖ ਅੰਤਰ ਕਪਟ, ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ। ਉਹਦੇ ਅੰਦਰ ਕਪਟ ਹੈ। ਕਪਟ ਦਾ ਭਾਵ ਕੀ ਹੁੰਦਾ ਹੈ? ਵੀ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ। ਬਾਬਾ ਫਰੀਦ ਜੀ ਨੇ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਲਿਬਾਸ ਫਕੀਰਾਂ ਵਾਲਾ ਹੈ, ਪਰ ਅੰਦਰ ਇਹ ਚੱਲ ਰਿਹਾ ਵੀ ਕਿਸੇ ਦਾ ਘਰ ਠੱਗਣਾ ਕਿਵੇਂ ਹੈ। ਜਿਵੇਂ ਕਈ ਬਾਣਾ ਪਾ ਕੇ ਆ ਜਾਂਦੇ ਨਾ, ਉਹ ਦਿਨੇ ਵੇਖ ਜਾਂਦੇ ਨੇ ਵੀ ਕਿਹੜਾ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ। ਉਹ ਇਸ ਤਰ੍ਹਾਂ ਦਾ ਲਿਬਾਸ ਪਾ ਕੇ ਆਉਂਦੇ ਨੇ, ਰਾਤ ਨੂੰ ਫਿਰ ਠੱਗ ਜਾਂਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਹੈ ਨਾ, ਉਹਨੇ ਵੀ ਬਾਣਾ ਤਾਂ ਗੁਰਮੁਖਾਂ ਵਾਲਾ ਹੀ ਪਾਇਆ ਹੁੰਦਾ ਹੈ, ਪਤਾ ਨਹੀਂ ਲੱਗਦਾ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੁਲਾਏ। ਬਸ ਰਸਨਾ ਤੋਂ ਝੂਠ ਹੀ ਬੁਲਾਉਂਦਾ ਹੈ, ਆਪਣੀ ਰਸਨਾ ਨੂੰ ਸੱਚ ਬੋਲਣ ਵਾਲੇ ਪਾਸੇ ਨਹੀਂ ਲਾਉਂਦਾ। ਬਿਨਾਂ ਮਤਲਬ ਤੋਂ ਹੀ ਝੂਠ ਆਪਣੀ ਰਸਨਾ ਤੋਂ ਬੁਲਾਈ ਜਾਂਦਾ ਹੈ। ਅਗਿਆਨੀ ਹੈ, ਬੇਸਮਝ ਹੈ, ਉਹਨੂੰ ਸਮਝ ਨਹੀਂ ਵੀ ਇਹ ਜੋ ਮੈਂ ਬੋਲ ਰਿਹਾ ਇਹਦੇ ਨਾਲ ਮੈਨੂੰ ਕਿੰਨਾ ਰੂਹਾਨੀਅਤ ਤੌਰ 'ਤੇ ਨੁਕਸਾਨ ਹੋ ਰਿਹਾ ਹੈ, ਪਰ ਬੋਲ ਹੀ ਜਾਂਦਾ। ਜੀਵ ਦਾ ਸੁਭਾਅ ਹੈ, ਸਮਝ ਨਹੀਂ, ਗੁਰੂ ਕੋਲ ਬੈਠਾ ਨਹੀਂ, ਸਮਝ ਨਹੀਂ ਲਈ। ਤੋ ਮਹਾਰਾਜ ਕਹਿੰਦੇ ਕਵਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਏ। ਇਸ ਤਰ੍ਹਾਂ ਜਿਹੜਾ ਮਨੁੱਖ ਹਿਰਦੇ ਵਿੱਚ ਕਵਟ ਰੱਖੇਗਾ, ਭਾਵ ਹਿਰਦੇ ਵਿੱਚੋਂ ਸ਼ੁੱਧ ਨਹੀਂ ਹੋਵੇਗਾ, ਬਾਹਰੋਂ ਉਹ ਕਿਸ ਤਰ੍ਹਾਂ ਦਾ ਵੀ ਬਣ ਜਾਵੇ, ਵਾਹਿਗੁਰੂ ਉਹਦੇ 'ਤੇ ਪ੍ਰਸੰਨ ਨਹੀਂ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕਵਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਇਓ। ਵਾਹਿਗੁਰੂ ਸਾਨੂੰ ਵੇਖ ਵੀ ਰਿਹਾ ਹੈ, ਸਾਨੂੰ ਸੁਣ ਵੀ ਰਿਹਾ ਹੈ, ਸਾਰਾ ਕੁਝ ਜਾਣ ਰਿਹਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਵਾਹਿਗੁਰੂ ਐਸੇ ਜੀਵ 'ਤੇ ਕਦੇ ਪ੍ਰਸੰਨ ਨਹੀਂ ਹੁੰਦਾ। ਦੂਜੈ ਭਾਏ ਜਾਏ ਜਗ ਪ੍ਰਬੋਧੈ, ਵਿਖ ਮਾਇਆ ਮੋਹ ਸਵਾਏ। ਪਰ ਉਹਨੇ ਆਪ ਮਨਮੁਖ ਹੈ, ਅੰਦਰੋਂ ਦੂਜਿਆਂ ਨੂੰ ਬੜਾ ਸਮਝਾਵੇਗਾ, ਦੂਜਿਆਂ ਨੂੰ ਬੜਾ ਗਿਆਨ ਦੇਵੇਗਾ। ਬਸ ਉਹਦਾ ਕੰਮ ਕੇਵਲ ਮਾਇਆ ਵਾਸਤੇ ਹੈ। ਆਪਾਂ ਦੂਜਿਆਂ ਨੂੰ ਕਹਾਂਗੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ, ਆਪ ਕਰਦੇ ਹੀ ਨਹੀਂ। ਆਪ ਬਸ ਜਦੋਂ ਵੇਖਦਾ ਵੀ ਕਿਸੇ ਨੇ ਮੈਨੂੰ ਕੁਝ ਦੇਣਾ, ਉਦੋਂ ਤਾਂ ਬੜਾ ਸਤਿਕਾਰ ਕਰਦਾ ਹੈ, ਪਰ ਅੰਦਰ ਉਹ ਗੱਲ ਨਹੀਂ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਾਇਆ ਦਾ ਸਵਾਰਥ ਹੈ। ਇਹਦੇ ਅੰਦਰ ਏਤ ਕਮਾਣਾ ਸਦਾ ਦੁਖ ਪਾਵੈ, ਜੰਮੈ ਮਰੈ ਬਿਰਾਵੈ ਜਾਏ। ਜਿਹਦੀ ਇਸ ਤਰ੍ਹਾਂ ਦੀ ਕਰਨੀ ਹੈ, ਜਿਹੜਾ ਇਸ ਤਰ੍ਹਾਂ ਕਰਦਾ ਹੈ, ਉਹ ਸਦਾ ਦੁੱਖ ਪਾਉਂਦਾ ਹੈ। ਜੰਮਦਾ ਮਰਦਾ ਆਉਂਦਾ ਜਾਂਦਾ ਹੈ, ਲੋਕਾਂ ਨੂੰ ਦਿਖਾਉਂਦਾ ਹੈ ਵੀ ਮੈਂ ਬੜਾ ਗੁਰਮੁਖ ਹਾਂ, ਪਰ ਅੰਦਰ ਗੁਰਮੁਖ ਵਾਲੀ ਅਵਸਥਾ ਨਹੀਂ ਹੈ। ਤੋ ਮਹਾਰਾਜ ਕਹਿੰਦੇ ਸਦਾ ਦੁਖੀ ਰਹੇਗਾ, ਜੰਮਦਾ ਮਰਦਾ ਰਹੇਗਾ। ਪਾਤਸ਼ਾਹ ਫਰਮਾਨ ਕਰਦੇ ਨੇ ਸਹਿਸਾ ਮੂਲ ਨਾ ਚੁਕਈ, ਵਿੱਚ ਵਿਸ਼ਟਾ ਪਚੈ ਪਚਾਏ। ਉਹਦੇ ਅੰਦਰੋਂ ਸਹਿਮ ਨਹੀਂ ਜਾਂਦਾ, ਔਰ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਗੰਦਗੀ ਦਾ ਕੀੜਾ ਹੁੰਦਾ ਹੈ ਨਾ, ਬਿਲਕੁਲ ਮਨਮੁਖ ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੀ ਵਿਸ਼ਟਾ ਵਿੱਚ ਪਚਦਾ ਹੈ, ਵਿਸ਼ੇ ਵਿਕਾਰਾਂ ਵਿੱਚ ਖਚਤ ਰਹਿੰਦਾ ਹੈ। ਜਿਸਨੋਂ ਕਿਰਪਾ ਕਰੇ ਮੇਰਾ ਸੁਆਮੀ, ਤਿਸ ਗੁਰ ਕੀ ਸਿੱਖ ਸੁਣਾਏ। ਜਿਸ ਤੇ ਉਹ ਵਾਹਿਗੁਰੂ ਮੇਰਾ ਕਿਰਪਾ ਕਰਦਾ ਹੈ, ਉਹ ਫਿਰ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਕਮਾਉਂਦਾ ਹੈ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ। ਤੇ ਇੱਥੇ ਇੱਕ ਸਵਾਲ ਹੋਵੇਗਾ, ਫਿਰ ਵਾਹਿਗੁਰੂ ਸਾਡੇ ਤੇ ਜਦੋਂ ਕਿਰਪਾ ਕਰੇਗਾ ਅਸੀਂ ਗੁਰੂ ਦੀ ਸਿੱਖਿਆ ਸੁਣ ਲਵਾਂਗੇ। ਅਸਲ ਵਿੱਚ ਕੁਝ ਬਚਨ ਮਹਾਰਾਜ ਦੇ ਐਸੇ ਜਿਹੜੇ ਬਹੁਤ ਗੋਝ ਭਾਵ ਦੇ ਵਿੱਚ ਹੈ, ਤਾਂ ਸਾਰੇ ਗੋਝ ਦੇ, ਪਰ ਕੁਝ ਬਚਨ ਬਹੁਤ ਗੋਝ ਭਾਵ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਤੇ ਮਨੁੱਖ ਸਵਾਲ ਖੜਾ ਕਰ ਦਿੰਦਾ ਵੀ ਇਹ ਤਾਂ ਫਿਰ ਬਾਣੀ ਵਿੱਚ ਲਿਖਿਆ ਮਹਾਰਾਜ ਜਦੋਂ ਕਿਰਪਾ ਕਰੇਗਾ ਰੱਬ, ਉਦੋਂ ਸੱਚੇ ਗੁਰੂ ਦੀ ਸਿੱਖਿਆ ਸੁਣ ਲਵਾਂਗੇ। ਵਾਹਿਗੁਰੂ ਕਿਰਪਾ ਕਿਹਦੇ ਤੇ ਕਰਦਾ? ਜਿਹੜਾ ਕਿਰਪਾ ਲੈਣ ਦਾ ਪਾਤਰ ਹੁੰਦਾ ਹੈ। ਸਕੂਲ ਦੇ ਵਿੱਚ ਜਿਵੇਂ ਬੱਚੇ ਨੂੰ ਐਡਮਿਸ਼ਨ ਕਰਦੇ ਨੇ ਨਾ, ਜਦੋਂ ਦਾਖਲਾ ਹੁੰਦਾ ਤੇ ਉਹ ਟੀਚਰ ਵੇਖ ਲੈਂਦੇ ਨੇ ਵੀ ਇਹ ਬੱਚਾ ਦਾਖਲਾ ਲੈਣ ਜੋਗਾ ਹੈ ਵੀ ਕਿ ਨਹੀਂ। ਪੜ੍ਹਾਈ ਤਾਂ ਅਜੇ ਸ਼ੁਰੂ ਬਾਅਦ 'ਚ ਹੋਣੀ ਹੈ, ਅਜੇ ਪ੍ਰਿੰਸੀਪਲ ਜਿਹੜਾ ਉਹ ਵੇਖਦਾ ਦਾਖਲਾ ਲੈਣਾ ਹੈ, ਟੀਚਰਾਂ ਨੇ ਉਹਨੂੰ ਪੜ੍ਹਾਉਣਾ ਹੈ, ਪਰ ਪ੍ਰਿੰਸੀਪਲ ਵੇਖਦਾ ਬੱਚਾ ਲਾਇਕ ਨਹੀਂ ਹੈ, ਉਹਨੂੰ ਕਹਿੰਦਾ ਨਹੀਂ। ਜਿਹਨੂੰ ਪ੍ਰਿੰਸੀਪਲ ਦੀ ਕਿਰਪਾ ਨਹੀਂ ਮਿਲੀ ਉਹ ਟੀਚਰਾਂ ਕੋਲ ਨਹੀਂ ਪੜ੍ਹ ਸਕੇਗਾ, ਕਿਉਂਕਿ ਦਾਖਲਾ ਤਾਂ ਉਹਨਾਂ ਨੇ ਕਰਨਾ ਹੈ, ਮੁਖੀ ਤਾਂ ਉਹ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਵੀ ਵੇਖ ਲੈਂਦਾ ਵੀ ਇਹ ਬੰਦਾ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰਦਾ, ਕਿਸ ਤਰ੍ਹਾਂ ਦੇ ਕਰਮ ਕਰਦਾ, ਉਹਦੇ 'ਤੇ ਫਿਰ ਉਹ ਕਿਰਪਾ ਨਹੀਂ ਕਰਦਾ। ਜਦੋਂ ਤੁਸੀਂ ਚੰਗੇ ਮਾਰਗ 'ਤੇ ਚੱਲਣ ਦਾ ਯਤਨ ਕਰੋਗੇ, ਵਾਹਿਗੁਰੂ ਵੀ ਤੁਹਾਡੇ 'ਤੇ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ, ਉਹ ਤਾਂ ਤਿਆਰ ਬੈਠਾ ਕਿਰਪਾ ਕਰਨ ਨੂੰ। ਪਰ ਜੀਵ ਆਪਣਾ ਆਪ ਨਹੀਂ ਤਿਆਗਦਾ। ਜਦੋਂ ਜੀਵ ਆਪਣੇ ਆਪ ਨੂੰ ਤਿਆਰ ਕਰਦਾ ਹੈ ਤਾਂ ਉਹ ਵਾਹਿਗੁਰੂ ਫਿਰ ਬਖਸ਼ਿਸ਼ ਕਰਕੇ ਸੱਚਾ ਗੁਰੂ ਮਿਲਾ ਦਿੰਦਾ ਹੈ। ਉਹ ਫਿਰ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਸੱਚਾ ਗੁਰੂ ਮਿਲਦਾ ਹੈ। ਅਤੇ ਮਹਾਰਾਜ ਕਹਿੰਦੇ ਜਦੋਂ ਸੱਚਾ ਗੁਰੂ ਮਿਲ ਗਿਆ, ਉਹਨੇ ਸੱਚੇ ਗੁਰੂ ਨੇ ਸਿੱਖਿਆ ਦੇ ਦਿੱਤੀ ਕਿ ਇਸ ਤਰ੍ਹਾਂ ਕਰ। ਜਦੋਂ ਜੀਵ ਨੇ ਉਸ ਨੂੰ ਕਮਾ ਲਿਆ, ਹਰ ਨਾਮ ਤੇ ਆਵੇ, ਹਰ ਨਾਮੋ ਗਾਵੇ, ਹਰ ਨਾਮੋ ਅੰਤ ਛਡਾਏ। ਸੱਚਾ ਗੁਰੂ ਕੀ ਕਹਿੰਦਾ? ਨਾਮ ਜਪ, ਅਭਿਆਸ ਕਰ। ਪਹਿਲਾਂ ਤੁਸੀਂ ਦੇਖਿਆ ਹੋਣਾ, ਹੁਣ ਤੇ ਚਲੋ ਸਮਾਂ ਨਹੀਂ ਰਿਹਾ, ਪਹਿਲਾਂ ਹੁੰਦਾ ਸੀ ਪਿੰਡਾਂ ਦੇ ਵਿੱਚ ਆਮ ਕਰਕੇ ਨਾ ਟੀਚਰ ਦੋ ਤਰ੍ਹਾਂ ਦੇ ਹੁੰਦੇ ਸਨ ਅਧਿਆਪਕ। ਇੱਕ ਤਾਂ ਉਹ ਹੁੰਦੇ ਸੀ ਜਿਹੜੇ ਧੌੜੀ ਲਾ ਕੇ ਪੜ੍ਹਾਉਂਦੇ ਸੀ, ਚੰਗੀ ਤਰ੍ਹਾਂ ਕੁੱਟਣਾ ਘਰਦਿਆਂ ਨੇ, ਜੇ ਕਹਿਣਾ ਘਰ ਜਾ ਕੇ ਕੋਈ ਘਰਦਿਆਂ ਨੇ ਚੰਬ ਦੇਣਾ ਵੀ ਪੜ੍ਹਾਈ ਕਰ ਤੂੰ। ਇੱਕ ਉਹ ਹੁੰਦੇ ਸੀ ਜਿਹੜੇ ਕਹਿੰਦੇ ਸੀ ਵੀ ਸਾਨੂੰ ਨਾ ਇੱਦਾਂ ਕਰ ਵੀ ਅੱਜ ਛੋਲੇ ਲਿਆ ਦੇ, ਲੱਸੀ ਲਿਆ ਦੇ, ਇਹ ਲਿਆ ਦੇ, ਕੋਈ ਸਬਜ਼ੀ ਹੋਣੀ ਉਹਨਾਂ ਨੇ ਕਹਿਣਾ ਇਹ ਲਿਆ ਦਿਆ ਕਰ, ਬਸ ਤੈਨੂੰ ਪਾਸ ਕਰ ਦਿਆਂਗੇ, ਮਾੜਾ ਮੋਟਾ ਪੜ੍ਹਾ ਛੱਡਿਆ। ਉਹ ਇਸ ਤਰ੍ਹਾਂ ਦੇ ਟੀਚਰ ਹੁੰਦੇ ਸੀ। ਅਤੇ ਕੁਝ ਟੀਚਰ ਐਸੇ ਜਿਹੜੇ ਕਹਿੰਦੇ ਨਹੀਂ ਸਾਨੂੰ ਚਾਹੀਦਾ ਕੁਝ, ਸਾਨੂੰ ਤਾਂ ਪੜ੍ਹਾਈ ਚਾਹੀਦੀ ਹੈ। ਇਸੇ ਤਰ੍ਹਾਂ ਗੁਰਮੁਖੋ ਸੰਸਾਰ ਵਿੱਚ ਨਕਲੀ ਗੁਰੂ ਵੀ ਹਨ। ਉਹ ਕਹਿੰਦੇ ਤੂੰ ਸਾਡੇ ਡੇਰੇ 'ਤੇ ਆ ਜਾ ਕਰ, ਇੱਥੇ ਸੇਵਾ ਕਰਿਆ ਕਰ, ਦਸਵੰਧ ਦੇ ਜਾ ਕਰ, ਬਸ ਤੇਰਾ ਜਨਮਨ ਕੱਟਿਆ ਗਿਆ। ਅਤੇ ਜਿਹੜਾ ਬੱਚਾ ਨਲਾਇਕ ਹੈ, ਜਿਹਨੂੰ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਪੜ੍ਹਨ, ਨਿਤਨੇਮ ਕਰਨਾ, ਚੌਂਕੜਾ ਮਾਰ ਕੇ ਬਹਿਣਾ ਘੰਟਾ 2 ਘੰਟੇ, ਉਹ ਕਹਿੰਦਾ ਇਹ ਕੰਮ ਔਖਾ ਹੈ, ਆਪਾਂ ਤਾਂ ਉੱਥੇ ਬਾਬੇ ਦੇ ਹੀ ਚਲੇ ਜਾਂਦੇ ਹਾਂ ਡੇਰੇ ਦੇ, ਕਿਉਂਕਿ ਆਪ ਕਰਨਾ। ਸੱਚਾ ਗੁਰੂ ਕੀ ਕਹਿੰਦਾ ਵੀ ਨਹੀਂ, ਮੈਨੂੰ ਤੇਰਾ ਅਖੰਡ ਪਾਠ ਦੀ ਮਾਇਆ ਨਹੀਂ ਚਾਹੀਦੀ, ਮੈਨੂੰ ਕੋਈ ਛਤਰ ਨਹੀਂ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਤਾਂ ਚਾਹੀਦਾ ਨਿਤਨੇਮ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ। ਇਹ ਡੇਰਾਵਾਦ ਪੰਜਾਬ ਦੇ ਵਿੱਚ ਇੰਨੇ ਵੱਡੇ ਵੱਡੇ ਡੇਰੇ ਕਿਉਂ ਬਣ ਗਏ? ਉਹਦਾ ਕਾਰਨ ਇਹ ਸੀ
ਕਿ ਨਲਾਇਕ ਬੱਚੇ ਜ਼ਿਆਦਾ ਨੇ। ਉਹ ਫਿਰ ਕਹਿੰਦੇ ਠੀਕ ਹੈ, ਆਪਾਂ ਨੂੰ ਬਾਬੇ ਨੇ ਪਾਰ ਕਰ ਹੀ ਦੇਣਾ, ਮੰਤਰ ਹਵਾ ਮਾਰ ਕੇ, ਆਪਾਂ ਨੂੰ ਕੀ ਲੋੜ ਪਈ ਨਿਤਨੇਮ ਕਰਨ ਦੀ, ਆਪਾਂ ਨੂੰ ਕੀ ਲੋੜ ਪਈ, ਆਪਾਂ ਉਸ ਪਾਸੇ ਜਾਂਦੇ ਹਾਂ। ਅਤੇ ਆਪਾਂ ਵੇਖਦੇ ਹਾਂ ਹੁਣ ਤਾਂ ਹੋਰ ਹੀ ਬੜਾ ਕੁਝ ਚੱਲ ਗਿਆ ਹੈ, ਪਰ ਉਹ ਖੁਆਰ ਹੋਣਗੇ। ਜਿਹੜਾ ਛੋਲੇ ਦੇ ਕੇ ਪਾਸ ਹੋਇਆ ਕੋਈ ਵੱਡਾ ਅਫਸਰ ਨਹੀਂ ਲੱਗ ਸਕੇਗਾ, ਉਹ ਖੁਆਰ ਹੋਏਗਾ ਕਿਤੇ ਨਾ ਕਿਤੇ ਜਾ ਕੇ ਅੱਗੇ। ਜਿਹਨੇ ਪੜ੍ਹਾਈ ਕੀਤੀ ਹੈ ਉਹ ਕੁਝ ਅਫਸਰ ਨਾਮ ਹੀ ਬਣੇ, ਪਰ ਉਹ ਜੀਵਨ ਦੇ ਵਿੱਚ ਸਦਾ ਆਨੰਦਿਤ ਰਹੇਗਾ ਔਰ ਸਫਲ ਹੋਵੇਗਾ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਸੱਚਾ ਗੁਰੂ ਨੇ ਕਿਹਾ ਤੂੰ ਨਾਮ ਜਪ, ਨਾਮ ਨੂੰ ਧਿਆਉਣਾ ਕਰ, ਨਾਮ ਨਾਲ ਜੋੜ ਦਿੱਤਾ। ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ। ਬਸ ਸਿੱਖ ਨੇ ਫਿਰ ਬਚਨ ਪੱਲੇ ਬੰਨ੍ਹ ਲਿਆ, ਉਹ ਨਾਮ ਧਿਆਉਂਦਾ, ਨਾਮ ਹੀ ਗਾਉਂਦਾ ਹੈ ਅਤੇ ਨਾਮ ਹੀ ਜੀਵ ਨੂੰ ਛਡਾਉਂਦਾ। ਪੌੜੀ ਜਿਨ੍ਹਾਂ ਹੁਕਮ ਨਾਇਉ ਤੇ ਪੂਰੇ ਸੰਸਾਰ, ਜਿਨ੍ਹਾਂ ਨੂੰ ਹੁਕਮ ਲਾਤਾ ਵਾਹਿਗੁਰੂ ਨੇ ਉਹ ਸੰਸਾਰ ਵਿੱਚ ਪੂਰੇ ਹੋ ਗਏ। ਅਤੇ ਪਾਤਸ਼ਾਹ ਕਹਿੰਦੇ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ, ਸ਼ਬਦ ਹੀ ਵਿਚਾਰ ਦੁਆਰਾ ਉਹ ਆਪਣੇ ਮਾਲਕ ਵਾਹਿਗੁਰੂ ਨੂੰ ਸੇਵਦੇ ਨੇ। ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ, ਉਹ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ। ਸੇਵਾ ਦਾ ਭਾਵ ਹੈ ਵਾਹਿਗੁਰੂ ਦਾ ਨਾਮ ਜਪਣਾ, ਉਹਦੀ ਆਰਾਧਨਾ ਕਰਨੀ ਚਾਕਰ ਬਣ ਕੇ, ਔਰ ਸ਼ਬਦ ਨਾਲ ਪਿਆਰ ਰੱਖਦੇ ਨੇ। ਹਰ ਕਾ ਮਹਿਲ ਤਿਨੀ ਪਾਇਆ ਜਿਨ ਹੋਮੈ ਵਿੱਚੋਂ ਮਾਰ, ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਲੀਨਤਾ ਪ੍ਰਾਪਤ ਹੋਈ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਦਿੱਤਾ। ਭਾਵ ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਜੀਵਨ ਜੀਵੇ। ਨਾਨਕ ਗੁਰਮੁਖ ਮਿਲ ਰੇ ਜਪ ਹਰ ਨਾਮਾ ਉਰ ਧਾਰ, ਉਹ ਗੁਰਮੁਖ ਵਾਹਿਗੁਰੂ ਵਿੱਚ ਲੀਨ ਹੋ ਗਏ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਉਰ ਨਾਮ ਹੈ ਹਿਰਦੇ ਦਾ। ਜਪ ਹਰ ਨਾਮਾ ਉਰ ਧਾਰ, ਵਾਹਿਗੁਰੂ ਨੂੰ ਜਪ ਜਪ ਕੇ ਆਪਣੇ ਹਿਰਦੇ ਵਿੱਚ ਵਸਾ ਲਿਆ, ਧਾਰਨ ਕਰ ਲਿਆ। ਸਤਿਗੁਰੂ ਜੀ ਮਿਹਰਾਮਦ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾਈਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।